ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮੇ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ। ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ। ਪਤਿਤ ਪਾਵਨ ਭਗਤ ਵਛਲ ਰਹਿਮਤਾਂ ਦੇ ਬੱਦਲ ਮਿਹਰਾਂ ਦੇ ਮੁਜੱਸਮੇ ਕਰਨਹਾਰ ਦਿਆਲੂ ਕਿਰਪਾਲੂ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਮਹਾਂਪੁਰਸ਼ਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਸਮੇਂ ਨੂੰ ਸਫਲ ਕਰਦੇ ਹੋਏ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ, ਕਿਉਂਕਿ ਬਾਬਿਆਂ ਦੀਆਂ ਵੱਡਿਆਂ ਦੀਆਂ ਕਹਾਣੀਆਂ ਕਪੁੱਤਾਂ ਨੂੰ ਵੀ ਸਪੁੱਤਰ ਕਰ ਦਿੰਦੀਆਂ। ਕਪੁੱਤ ਉਹ ਹੁੰਦਾ ਹੈ ਜਿਹੜਾ ਮਾਂ ਬਾਪ ਦੀ ਬਣੀ ਹੋਈ ਇੱਜ਼ਤ ਨੂੰ ਰੋਲ ਦੇਵੇ। ਸਪੁੱਤਰ ਉਹ ਹੁੰਦਾ ਹੈ ਜਿਹੜਾ ਮਾਂ ਬਾਪ ਦੀ ਬਣੀ ਹੋਈ ਇੱਜ਼ਤ ਨੂੰ ਹੋਰ ਅੱਗੇ ਵਧਾ ਲਵੇ। ਇਸੇ ਤਰ੍ਹਾਂ ਹੀ ਗੁਰੂ ਚੇਲੇ ਦਾ ਸੰਬੰਧ ਹੈ। ਜੇ ਤਾਂ ਆਪਣੇ ਗੁਰੂ ਦੀ ਬਣੀ ਹੋਈ ਦੇ ਵਿੱਚ ਯੋਗਦਾਨ ਦਿੰਦਾ ਹੈ ਤੇ ਉਹ ਸੰਤ ਹੈ, ਤੇ ਜੇ ਗੁਰੂ ਦੀ ਬਣੀ ਹੋਈ ਨੂੰ ਰੋਲਦਾ ਹੈ, ਗੁਰੂ ਦੀ ਦੱਸੀ ਹੋਈ ਮਰਿਆਦਾ ਤੋਂ ਉਲਟ ਚੱਲਦਾ ਹੈ, ਉਹ ਕੁਸੰਤ ਹੈ, ਭਾਵ ਖੋਟਾ ਪੁਰਸ਼ ਹੈ। ਉਹਨੂੰ ਕੁਪੁਰਖ ਵੀ ਕਿਹਾ ਜਾਂਦਾ ਹੈ। ਆਪ ਜਿਨ੍ਹਾਂ ਦੀ ਯਾਦ ਵਿੱਚ ਜੁੜ ਮਿਲ ਬੈਠੇ ਹੋ, ਤੁਹਾਨੂੰ ਸਾਰਿਆਂ ਨੂੰ ਮਾਣ ਹੋਵੇਗਾ। ਇੱਕ ਦੂ ਇੱਕ ਚੜ੍ਹੰਦੀਆ ਕੌਣ ਜਾਣੈ ਮੇਰਾ ਨਾਉ ਜੀਓ ਦੇ ਮਹਾਂਵਾਕ ਅਨੁਸਾਰ ਜੇ ਗੱਲ ਕਰੀਏ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਵਾਹਿਗੁਰੂ ਦੀ ਭਗਤੀ ਕਰਨ ਦੀ ਯਾਚ ਦੁਨੀਆ ਨੂੰ ਹੋਕਾ ਦਿੱਤਾ, ਜਿਸ ਸਮੇਂ ਬਹੁਤ ਵੱਡੀ ਜ਼ਰੂਰਤ ਸੀ। ਸੰਸਾਰ ਦੇ ਉੱਤੇ ਸਮੇਂ-ਸਮੇਂ 'ਤੇ ਜ਼ਰੂਰਤਾਂ ਰਹਿੰਦੀਆਂ ਹੈ।
ਸਾਧੂ ਮਹਾਤਮਾ ਮਹਾਂਪੁਰਸ਼ ਤਤਬੇਤੇ ਇਸ ਸੰਸਾਰ ਤੇ ਆਉਂਦੇ ਰਹਿੰਦੇ ਐ। ਆਪਣੀ ਆਪਣੀ ਸਮਰੱਥਾ ਅਨੁਸਾਰ ਪਰਮੇਸ਼ਰ ਦੀ ਇਬਾਦਤ ਦਾ ਰਸਤਾ ਦੱਸਦਿਆਂ ਹੋਇਆਂ ਇਸ ਸੰਸਾਰ ਦੀ ਯਾਤਰਾ ਕਰਕੇ ਪਰਲੋਕ ਚਲੇ ਜਾਂਦੇ ਐ। ਪਰ ਕਈ ਇਹੋ ਜਿਹੇ ਆਉਂਦੇ ਐ ਜਿਨ੍ਹਾਂ ਦਾ ਹੋਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ, ਤੇ ਕਈ ਐਸੇ ਸਤਿਪੁਰਸ਼ ਹੁੰਦੇ ਐ ਜਿਨ੍ਹਾਂ ਦੇ ਜਾਣ ਤੋਂ ਮਗਰੋਂ ਵੀ ਅਨੇਕਾਂ ਪ੍ਰਾਣੀ ਗੁਰੂ ਕੇ ਜਹਾਜ਼ ਦੇ ਵਿੱਚ ਚੜ੍ਹਦੇ ਰਹਿੰਦੇ। ਨਾਨਕ ਨਾਮ ਜਹਾਜ਼ ਹੈ ਨਾ। ਵਾਹਿਗੁਰੂ ਪਰਮੇਸ਼ਰ ਦਾ ਜਹਾਜ਼ ਸੰਸਾਰ ਨੂੰ ਬੰਨੇ ਲਾਉਣ ਵਾਸਤੇ ਹਰ ਸਮੇਂ ਤਿਆਰ ਹੈ। ਕਈ ਵਾਰੀ ਬਦਕਿਸਮਤੀ ਬਣ ਜਾਂਦੀ ਹੈ ਵੀ ਸਾਹਮਣੇ ਖੜੇ ਹੋਏ ਜਹਾਜ਼ ਦੇ ਵਿੱਚ ਮਨੁੱਖਾ ਸਵਾਰ ਨਹੀਂ ਹੁੰਦਾ, ਉਸ ਜਹਾਜ਼ ਦਾ ਸਵਾਰੀ ਬਣਾ ਜਾਂਦਾ ਹੈ ਜਿਹੜਾ ਖਰਾਬ ਹੁੰਦਾ ਹੈ, ਜਿਹੜਾ ਖਟੜਾ ਹੁੰਦਾ ਹੈ, ਜਿਹੜਾ ਚੱਲਦਾ ਹੀ ਨਹੀਂ। ਤੁਸੀਂ ਜਾਗਦੇ ਹੋ, ਪਰਮੇਸ਼ਰ ਦੀ ਇਬਾਦਤ ਨੂੰ ਚਾਹੁੰਦੇ ਹੋ, ਉਹਨਾਂ ਸਤਿਪੁਰਸ਼ਾਂ ਦੀ ਯਾਦ ਵਿੱਚ ਜੁੜ ਮਿਲ ਬੈਠੇ ਹੋ। ਇਸੇ ਤਰ੍ਹਾਂ ਹੀ ਦੂਸਰੇ ਮਹਾਂਪੁਰਸ਼ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਬੜਾ ਸੋਹਣਾ ਥੋੜ੍ਹਾ ਸਮਾਂ ਮਿਲਿਆ ਮਹਾਂਪੁਰਸ਼ਾਂ ਨੂੰ। ਜਦੋਂ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਪੰਥ ਦੀ ਸੇਵਾ ਦੇ ਵਿੱਚ ਦਮਦਮੀ ਟਕਸਾਲ ਦੇ ਜਥੇਦਾਰ ਬਣੇ, ਪਰ ਉਹਨਾਂ ਥੋੜ੍ਹੇ ਸਮੇਂ ਦੇ ਵਿੱਚ ਇੰਨੀ ਵੱਡੀ ਕ੍ਰਾਂਤੀ ਕੀਤੀ, ਸਮੇਂ ਦੀਆਂ ਹਕੂਮਤਾਂ ਨੂੰ ਉਹਨਾਂ ਦਾ ਥਾਂ ਦੱਸ ਦਿੱਤਾ, ਸੁੱਤੀ ਹੋਈ ਸੰਗਤ ਨੂੰ ਜਗਾ ਦਿੱਤਾ। ਇਹ ਮਹਾਂਪੁਰਸ਼ਾਂ ਦੇ ਹਿੱਸੇ ਵਿੱਚ ਆਇਆ। ਅੱਜ 26 ਅਗਸਤ ਹੈ ਤੇ 26 ਅਗਸਤ ਵਾਲੇ ਦਿਨ ਰਾਜਾ ਜੋਗੀ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹ ਇਸ ਫਾਨੀ ਸੰਸਾਰ ਦੇ ਵਿੱਚੋਂ ਸਰੀਰਕ ਕਰਕੇ ਗਏ ਸਨ। ਇਸੇ ਧਰਤੀ ਦੇ ਉੱਤੇ, ਇੰਗਲੈਂਡ ਦੀ ਧਰਤੀ ਦੇ ਉੱਤੇ ਪ੍ਰਚਾਰ ਪ੍ਰਸਾਰ ਦੀ ਫੇਰੀ ਤੇ ਆਏ ਸਨ। ਮਹਾਂਪੁਰਸ਼ਾਂ ਦੀ ਮੌਜ ਹੁੰਦੀ ਹੈ, ਉਹ ਜਦੋਂ ਚਾਹੁਣ ਸਰੀਰ ਨੂੰ ਛੱਡ ਸਕਦੇ ਹਨ, ਤੇ ਜੇ ਉਹਨਾਂ ਨੂੰ ਦਿਸੇ ਵੀ ਹਜੇ ਕਾਰਜ ਰਹਿੰਦਾ ਹੈ ਤੇ ਉਹ ਪਰਮੇਸ਼ਰ ਦੇ ਪੁੱਤਰ ਹੋਣ ਦੇ ਨਾਤੇ, ਜਿਵੇਂ ਵਾਹਿਗੁਰੂ ਪਰਮੇਸ਼ਰ ਬਿਨਾਂ ਸਵਾਸਾਂ ਤੋਂ ਜੀਵ ਨੂੰ ਰੱਖ ਸਕਦਾ ਹੈ, ਉਹ ਪਰਮੇਸ਼ਰ ਦੇ ਪਿਆਰੇ ਵੀ ਜੇ ਚਾਹੁੰਦੇ ਤੇ ਸ਼ਾਇਦ ਇੰਡੀਆ ਜਾ ਕੇ ਵੀ ਸਰੀਰ ਛੱਡ ਦਿੰਦੇ, ਪਰ ਇੱਥੋਂ ਦੀ ਸੰਗਤ ਨੂੰ ਮਾਣ ਦੇਣਾ ਸੀ, ਇੱਥੋਂ ਦੀ ਸੰਗਤ ਨੂੰ ਨਵਾਜਣਾ ਸੀ। ਮਹਾਂਪੁਰਸ਼ਾਂ ਦੀ ਮੌਜ ਬਣ ਗਈ। ਇਸੇ ਧਰਤੀ ਦੇ ਉੱਤੇ ਸਰੀਰ ਆਪ ਜੀ ਨੇ ਤਿਆਗ ਦਿੱਤਾ। ਗੁਰਮੁਖੋ, ਮਹਾਂਪੁਰਸ਼ਾਂ ਦਾ ਜਨਮ ਆਲੋਵਾਲ ਦੀ ਧਰਤੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਪਿਤਾ ਸਰਦਾਰ ਰਾਮ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਪਹਿਲਾਂ ਤੋਂ ਲੈ ਕੇ ਬਿਰਤੀ ਜਿਹੜੀ ਸੀ, ਮਹਾਂਪੁਰਸ਼ਾਂ ਦੀ ਬਿਰਤੀ ਹਮੇਸ਼ਾ ਵਾਹਿਗੁਰੂ ਪਰਮੇਸ਼ਰ ਵਿੱਚ ਰੰਗੀ ਹੁੰਦੀ ਹੈ। ਮਹਾਂਪੁਰਸ਼ਾਂ ਦੀ ਸੋਚ, ਕਿਉਂਕਿ ਮਨੁੱਖ ਉਹ ਉੱਚਾ ਜਾਂਦਾ ਹੈ ਜਿਹਦੀ ਸੋਚ ਉੱਚੀ ਹੁੰਦੀ ਹੈ, ਜਿਹਦੀ ਸੋਚ ਵਿੱਚ ਪਰਮੇਸ਼ਰ ਦਾ ਸ਼ਬਦ ਟਿਕਦਾ ਹੈ। ਜਿਵੇਂ ਭਗਤ ਧੰਨੇ ਜੀ ਦੀ ਗੱਲ ਹੈ। ਭਗਤ ਧੰਨਾ ਜੀ ਨੇ ਕਹਿੰਦੇ ਬਹੁਤ ਥੋੜ੍ਹਾ ਚਿਰ ਭੋਲੇ ਭਾਏ ਮਿਲੇ ਰਘੁਰਾਇਆ, ਬੜੀ ਥੋੜ੍ਹਾ ਚਿਰ ਭਗਤੀ ਕੀਤੀ ਤੇ ਭੋਲੇ ਭਾਅ ਦੇ ਵਿੱਚ ਪਰਮੇਸ਼ਰ ਮਿਲ ਪਿਆ। ਆਪਾਂ ਸਾਰੇ ਕਹਿੰਦੇ ਹਾਂ ਨਾ, ਤਰਲੋਚਨ ਪੰਡਤ ਜਿਹੜਾ ਸੀ ਕਾਫੀ ਚਿਰ, ਲੰਮਾ ਚਿਰ ਉਹ ਭਗਤੀ ਸਾਧਦਾ ਰਿਹਾ, ਭਾਵ ਕਰਮ ਕਰਦਾ ਸੀ, ਉਪਾਸ਼ਨਾਵਾਂ ਕਰਦਾ ਸੀ, ਉਪਾਸ਼ਨਾਵਾਂ ਕਰਦਾ ਰਿਹਾ, ਕਰਮ ਕਰਦਾ ਰਿਹਾ। ਪਰ ਇੱਕ ਹਿਰਦੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਐ, ਸਾਚ ਕਹੋਂ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਗੁਰੂ ਕੀ ਸਾਧ ਸੰਗਤ ਜੀ, ਇਹ ਸੱਚ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਜਾਗਦਾ ਹੈ, ਪ੍ਰੇਮ ਜਾਗਰਤ ਹੁੰਦਾ ਹੈ, ਉਹਨਾਂ ਨੂੰ ਪਰਮੇਸ਼ਰ ਮਿਲ ਪੈਂਦਾ, ਸੌਖੇ ਮਿਲ ਪੈਂਦਾ, ਸਹਿਜੇ ਮਿਲ ਪੈਂਦਾ। ਮਹਾਂਪੁਰਸ਼ਾਂ ਦਾ 1905 ਦੇ ਵਿੱਚ ਜਨਮ ਹੋਇਆ ਤੇ ਤਕਰੀਬਨ 1924 ਦੇ ਨੇੜੇ ਮਹਾਂਪੁਰਸ਼ ਰੇਰੂ ਸਾਹਿਬ ਵਾਲਿਆਂ ਦੇ ਸੰਤ ਬਾਬਾ ਅਤਰ ਸਿੰਘ ਜੀ, ਉਹਨਾਂ ਦੇ ਸੇਵਕ ਸਨ। ਉਹਨਾਂ ਦੇ ਪ੍ਰੇਰਿਤ ਕਰਨ ਦੇ ਨਾਲ ਭਾਵ ਭਗਤੀ ਵੱਲ ਆ ਗਏ, ਪਰਮੇਸ਼ਰ ਦੀ ਇਬਾਦਤ ਵਿੱਚ ਲੱਗ ਗਏ ਤੇ ਬਹੁਤ ਚਿਰ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਲ ਵੀ ਆਪ ਜੀ ਨੇ ਉੱਥੇ ਰਹਿ ਕਰਕੇ ਵੀ ਜਿਹੜੀ ਚਾਹਤ ਸੀ, ਜਿਹੜੀ ਉਮੰਗ ਸੀ, ਜਿਹੜੀ ਹਿਰਦੇ ਵਿੱਚ ਪ੍ਰੇਮ ਦੀ ਚਿਣਗ ਸੀ, ਉਸ ਨੂੰ ਹੋਰ ਪ੍ਰਚੰਡ ਕੀਤਾ। ਇੱਕ ਦਿਨ ਸਮਾਂ ਆ ਗਿਆ, ਇਹ ਸ਼ਬਦ ਮੈਂ ਪੜ੍ਹੇ ਤਾਂ ਨਹੀਂ ਕਿਤੋਂ, ਸੁਣੇ ਜ਼ਰੂਰ ਹੈ ਕਿਸੇ ਸਾਧੂ ਤੋਂ, ਕਿਸੇ ਮਹਾਤਮਾ ਤੋਂ, ਮਹਾਪੁਰਸ਼ ਤੋਂ। ਕਹਿੰਦੇ ਮਹਾਪੁਰਸ਼ ਬੜੇ ਸੁੰਦਰ ਸਨ ਤੇ ਨਾਲ ਹੀ ਉਹ ਸਰੀਰ ਦੇ ਉੱਤੇ ਕੱਪੜੇ ਵੀ ਜਿਹੜੇ ਇੱਕ ਦਿਨ ਪਾਉਂਦੇ ਸਨ ਉਹ ਦੂਸਰੇ ਦਿਨ ਨਹੀਂ ਪਹਿਨਦੇ ਸਨ। ਰਾਜਾ ਜੋਗੀ ਉਹਨਾਂ ਦਾ ਜੀਵਨ ਸੀ, ਭਾਵ ਬੜਾ ਉੱਚਾ ਸੁੱਚਾ ਜੀਵਨ ਸੀ। ਤੇ ਰਾੜਾ ਸਾਹਿਬ ਦੀ ਧਰਤੀ ਦੇ ਉੱਤੇ ਆਪ ਜੀ ਸੇਵਾ ਵਾਸਤੇ ਗਏ। ਉੱਥੇ ਰਹਿੰਦਿਆਂ ਹੋਇਆਂ ਕਈ ਵਾਰੀ ਆਪ ਜੀ ਨੇ, ਅੱਗੇ ਲੋਕ ਆਮ ਹੀ ਸਾਧੂ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦੇ ਉੱਤੇ ਭਾਵ ਗੁਰਦੁਆਰਿਆਂ ਦੇ ਗ੍ਰੰਥੀ ਹੁੰਦੇ ਸਨ, ਉਹ ਕਈ ਵਾਰੀ ਡਾਲੀ ਲੈਣ ਜਾਂਦੇ, ਗਜਾ ਲੈਣ ਜਾਂਦੇ। ਮਹਾਂਪੁਰਸ਼ ਵੀ ਗਏ। ਕੁਝ ਲੋਕਾਂ ਨੂੰ ਪੈਸੇ ਦਾ ਮਾਣ ਹੁੰਦਾ ਹੈ, ਕੁਝ ਲੋਕਾਂ ਨੂੰ ਧਨ ਦੌਲਤ ਸ਼ੌਹਰਤ ਦਾ ਮਾਣ ਹੁੰਦਾ ਹੈ। ਕਿਸੇ ਮਨੁੱਖ ਨੇ ਕਹਿ ਦਿੱਤਾ ਵੀ ਤੁਸੀਂ ਬੜੇ ਜ਼ਿਆਦੇ ਸ਼ੌਕੀਨ ਹੋ, ਤੁਸੀਂ ਭਾਵ ਅਪਸ਼ਬਦ ਕਾਫੀ ਬੋਲੇ। ਮਹਾਂਪੁਰਸ਼ਾਂ ਦੇ ਹਿਰਦੇ ਦੇ ਵਿੱਚ ਵੈਰਾਗ ਪੈਦਾ ਹੋ ਗਿਆ। ਆਖਿਆ ਮੈਂ ਗੁਰੂ ਨਾਨਕ ਦਾ ਸੇਵਕ ਹਾਂ, ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦਾ ਸੇਵਾਦਾਰ ਹਾਂ, ਮੈਂ ਇਹ ਨਗਰ ਛੱਡ ਕੇ ਚਲਾ ਜਾਵਾਂਗਾ। ਉੱਥੋਂ ਦੀ ਇੱਕ ਮਾਤਾ ਸੀ, ਉਹਨਾਂ ਨੇ ਬੇਨਤੀ ਕੀਤੀ ਮਹਾਂਪੁਰਸ਼ਾਂ ਨੂੰ ਵੀ ਮਹਾਂਪੁਰਸ਼ੋ ਆਪ ਜੀ ਇੱਥੇ ਰਹੋ। ਤੇ ਉਹਨਾਂ ਨੂੰ ਆਖਿਆ ਚੰਗਾ, ਜੇ ਤੁਸੀਂ ਮੈਨੂੰ ਇੱਥੇ ਰੱਖਣਾ ਹੈ ਤੇ ਫਿਰ ਕੁਝ ਹਿੱਸਾ ਜਿਹੜਾ ਜ਼ਮੀਨ ਦਾ ਉਹ ਦਾਨ ਵਿੱਚ ਦਿਓ। ਥੋੜ੍ਹਾ ਜਿਹਾ ਹਿੱਸਾ ਜ਼ਮੀਨ ਦਾ ਲੈ ਕੇ ਆਪ ਜੀ ਬਹਿ ਗਏ ਜਿੱਥੇ ਸਾਧੂ ਬੈਠਦੇ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਮਹਾਂਪੁਰਸ਼ਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਇਬਾਦਤ, ਪਰਮੇਸ਼ਰ ਦੀ ਭਗਤੀ ਇੰਨੀ ਪ੍ਰਚੰਡ ਹੋਈ ਕਿ ਦੁਨੀਆ ਦੇ ਲੋਕ ਖਿੱਚੇ ਗਏ। ਜਿਵੇਂ ਚਮਕ ਪੱਥਰ ਹੁੰਦਾ ਹੈ, ਉਹ ਲੋਹੇ ਦੇ ਕਣ ਥੋੜ੍ਹੀ ਜਿਹੀ ਦੂਰ ਵੀ ਪਏ ਹੋਣ ਤੇ ਖਿੱਚ ਕੇ ਨੇੜੇ ਕਰ ਲੈਂਦਾ। ਇਸੇ ਤਰ੍ਹਾਂ ਹੀ ਪਰਮੇਸ਼ਰ ਦੀ ਇਬਾਦਤ ਕਰਨ ਵਾਲੇ ਸਤਿਪੁਰਸ਼, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪ੍ਰੇਮ ਹੈ, ਵਾਹਿਗੁਰੂ ਦਾ ਆਸਰਾ ਹੈ, ਉਹ ਜੀਵਾਂ ਨੂੰ, ਸੰਸਾਰੀ ਜੀਵਾਂ ਨੂੰ ਖਿੱਚ ਕੇ ਆਪਣੇ ਵੱਲ ਆਕਰਸ਼ਿਤ ਕਰਦੇ ਹਨ, ਆਪਣੇ ਵੱਲ ਖਿੱਚਦੇ ਹਨ। ਤੇ ਮਹਾਂਪੁਰਸ਼ ਇੱਥੇ ਨਹੀਂ ਰੁਕੇ। ਜਦੋਂ ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਜਦੋਂ ਬੜੀ ਉੱਚੀ ਅਵਸਥਾ ਬਣ ਗਈ, ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਿੱਖ ਪੁੱਤਰ ਹੋਣ ਦੇ ਨਾਤੇ ਹੱਥ ਦੇ ਵਿੱਚ ਵਾਜਾ ਲਿਆ ਤੇ 9 ਭਗਤੀਆਂ ਦੇ ਵਿੱਚੋਂ, ਨੌਦਾ ਭਗਤੀ ਦੇ ਵਿੱਚੋਂ 2 ਭਗਤੀਆਂ ਸ਼੍ਰੋਮਣੀ ਮੰਨੀਆਂ ਜਾਂਦੀਆਂ। ਇੱਕ ਹੈ ਸੇਵਾ, ਜਿਹੜਾ ਸਿਮਰਨ, ਤੇ ਦੂਜਾ ਹੈ ਇੱਕ ਸਿਮਰਨ ਤੇ ਇੱਕ ਸਰਵਣ। ਸਰਵਣ ਭਗਤੀ ਮੁੱਖ ਹੈ, ਸਿਮਰਨ ਭਗਤੀ ਭਾਵੇਂ ਦੂਜੇ ਨੰਬਰ ਤੇ ਹੈ।
ਇਹ ਗੱਲ ਸੰਸਾਰ ਦੇ ਵਿੱਚ ਪ੍ਰਸਿੱਧ ਹੈ ਗੁਰਮੁਖੋ, ਕੋਈ ਬਹਿਰਾ ਹੋਵੇ ਕੰਨਾਂ ਤੋਂ ਜਿਹਨੂੰ ਸੁਣਦਾ ਨਾ ਹੋਵੇ, ਉਹਨਾਂ ਨੂੰ ਕਦੀ ਵੇਖਿਓ ਵੀ ਜਦੋਂ ਉਹ ਨਾ ਸੁਣਦਾ ਹੋਵੇ ਉਹ ਬੋਲ ਵੀ ਨਹੀਂ ਸਕਦਾ। ਬੋਲੇਗਾ ਉਹ ਜਿਹੜਾ ਕੰਨਾਂ ਵਿੱਚ ਸ਼ਬਦ ਸੁਣਦੇ ਆ। ਸਾਡੇ ਬੱਚੇ ਆ ਛੋਟੇ ਛੋਟੇ, ਜੇ ਤਾਂ ਉਹ ਇੰਗਲੈਂਡ ਵਿੱਚ ਪੈਦਾ ਹੋ ਗਏ ਤੇ ਇੱਥੋਂ ਦੀ ਇੰਗਲਿਸ਼ ਬੋਲਦੇ ਆ, ਜੇ ਉਹ ਭਾਰਤ ਦੇ ਵਿੱਚ ਪੈਦਾ ਹੋ ਗਏ, ਪੰਜਾਬ ਦੀ ਧਰਤੀ ਵਿੱਚ ਪੈਦਾ ਹੋ ਗਏ ਤੇ ਪੰਜਾਬੀ ਆਪਣੇ ਆਪ ਬੋਲਦੇ। ਆਪਾਂ ਕਿੰਨੀ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ ਪੰਜਾਬੀ ਦੇ ਅੱਖਰ ਨਹੀਂ ਬੋਲਣੇ ਆਉਂਦੇ। ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਬੈਠੇ ਐ, ਰਾਤ ਜਿੱਥੇ ਆਸਣ ਸੀ ਉੱਥੇ ਬੱਚੇ ਛੋਟਿਆਂ ਛੋਟਿਆਂ ਨੂੰ ਪੜ੍ਹਾਉਣ ਲੱਗ ਗਏ ਊੜਾ ਐੜਾ, ਪਰ ਉਹ ਜਦੋਂ ਬੋਲਦੇ ਐ ਇੱਥੋਂ ਦਾ ਅੜਾੜਾ ਬੋਲਣਾ ਬੜਾ ਔਖਾ, ਉਹ ਊਰਾ ਕਹਿੰਦੇ ਐ, ਐਰਾ, ਈਰੀ। ਭਾਵ ਜਿਹੜੇ ਸ਼ਬਦ ਅਸੀਂ ਕੰਨਾਂ ਦੇ ਦੁਆਰਾ ਸੁਣਦੇ ਹਾਂ ਉਹੀ ਸ਼ਬਦ ਅਸੀਂ ਮੁਖ ਦੇ ਦੁਆਰਾ ਬੋਲ ਸਕਦੇ ਹਾਂ। ਤੇ ਹੁਣ ਜਿਨ੍ਹਾਂ ਨੇ ਗੀਤ ਸੁਣੇ ਐ, ਜਿਨ੍ਹਾਂ ਨੇ ਗਾਣੇ ਸੁਣੇ ਐ, ਜਿਨ੍ਹਾਂ ਨੇ ਬੋਲੀਆਂ ਸੁਣੀਆਂ ਐ, ਜਿਨ੍ਹਾਂ ਨੇ ਟੱਪੇ ਸੁਣੇ ਐ, ਉਹ ਭਾਈ ਪਰਮੇਸ਼ਰ ਦੀ ਗੱਲ ਨਹੀਂ ਕਰਨਗੇ, ਉਹ ਵਾਹਿਗੁਰੂ ਦੀ ਗੱਲ ਨਹੀਂ ਕਰਨਗੇ। ਹਾਂ, ਪਰਮੇਸ਼ਰ ਦੀ ਗੱਲ ਉਹ ਕਰੇਗਾ ਜਿਹਨੇ ਆਪਣੇ ਕੰਨਾਂ ਦੇ ਨਾਲ ਸੁਣਿਆ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਜ਼ਰੂਰ ਰੱਬ ਦੀ ਗੱਲ ਕਰੇਗਾ। ਤੇ ਉਹ ਜਦੋਂ ਗੱਲ ਕਰੇਗਾ ਉਹਦੀ ਗੱਲ ਦਾ ਪ੍ਰਭਾਵ ਸਾਹਮਣੇ ਵਾਲਾ ਵੀ ਕਬੂਲ ਕਰੇਗਾ। ਜਦੋਂ ਉਹ ਗੱਲ ਕਰੇਗਾ ਉਹਦੀ ਗੱਲ ਦਾ ਪ੍ਰਭਾਵ ਸਾਹਮਣੇ ਵਾਲਾ ਕਬੂਲ ਕਰੇਗਾ। ਗੁਰਮੁਖੋ, ਇਹ ਉਹ ਕੜਛੀ ਹੈ ਸਾਡੀ ਜ਼ਬਾਨ, ਜਿਹੜੀ ਕੰਨ ਸੁਣਦੇ ਐ, ਇਹ ਜ਼ਬਾਨ ਰੂਪੀ ਕੜਛੀ ਉਹ ਵਰਤਾਉਂਦੀ ਹੈ। ਤੇ ਹੁਣ ਜੇ ਅਸੀਂ ਵਰਤਾਉਣ ਵਾਲੀ ਥੈਲੇ ਦੇ ਵਿੱਚ, ਵਰਤਾਉਣ ਵਾਲੀ ਬਾਲਟੀ ਦੇ ਵਿੱਚ ਦਾਲ ਮਾਂਹ ਦੀ ਪਾਈ ਹੈ ਤੇ ਉਹ ਭਾਈ ਦਾਲ ਦਾ ਸਵਾਦ ਹੀ ਛਕਣ ਨਾਲ ਦੁਆਰਾ ਆਏਗਾ, ਤੇ ਜੇ ਪਨੀਰ ਪਾਇਆ ਤੇ ਫਿਰ ਪਨੀਰ ਦਾ ਸਵਾਦ ਆਏਗਾ। ਮਨੁੱਖ ਜਿਹੋ ਜੀ ਗੱਲ ਸੁਣਦਾ ਹੈ ਉਹੋ ਜਿਹੇ ਉਹਦੇ ਵਿਚਾਰ ਬਣਦੇ ਹੈ, ਜਿਹੋ ਜਿਹੇ ਵਿਚਾਰ ਬਣਦੇ ਹੈ ਉਹੋ ਜਿਹੇ ਉਹਦੇ ਸੰਸਕਾਰ ਬਣਦੇ ਹੈ, ਜਿਹੋ ਜਿਹੇ ਸੰਸਕਾਰ ਬਣਦੇ ਹੈ ਉਹੋ ਜਿਹਾ ਉਹ ਸੰਸਾਰ ਦੇ ਵਿੱਚ ਆਪਣਾ ਸੁਭਾਅ ਵਿਖਾਉਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੀ ਸਿੱਖਿਆ ਆਪ ਜੀ ਦੇ ਅੰਦਰ ਲਕਾਲਕ ਭਰੀ ਹੋਈ ਸੀ। ਆਪ ਜੀ ਨੇ ਵਾਜਾ ਲੈ ਲਿਆ, ਉਸ ਵਾਜੇ ਦੇ ਨਾਲ ਨੌਦਾ ਭਗਤੀ ਦੀ ਦੂਸਰੀ ਭਗਤੀ ਨੂੰ ਸੰਸਾਰ ਵਿੱਚ ਇੰਨਾ ਕੁ ਪ੍ਰਸਿੱਧ ਕੀਤਾ ਕਿ ਰਾੜਾ ਸਾਹਿਬ ਦੀ ਧਰਤੀ ਤੇ ਮਹਾਂਪੁਰਸ਼ਾਂ ਨੇ ਇਕੱਲੇ ਹੀ ਨਹੀਂ, ਦੇਸ਼ਾਂ ਵਿਦੇਸ਼ਾਂ ਤੱਕ ਉਸ ਵਾਜੇ ਦੇ ਆਸਰੇ ਦੇ ਨਾਲ, ਕਿਉਂਕਿ ਇਹ ਸੰਗੀਤ ਇੱਕ ਗੁਰਮੁਖੋ ਪਰਮੇਸ਼ਰ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਦਾਤ ਹੈ। ਪਰ ਜਦੋਂ ਅਸੀਂ ਸੰਗੀਤ ਨੂੰ ਬੁਰੇ ਪ੍ਰਭਾਵ ਦੇ ਨਾਲ ਸਰੀਰ ਦੇ ਵਿੱਚ ਕਬੂਲਦੇ ਹਾਂ ਤੇ ਇਹ ਵਾਸ਼ਨਾਵਾਂ ਨੂੰ ਵੀ ਜਨਮ ਦਿੰਦਾ ਹੈ। ਜਦੋਂ ਅਸੀਂ ਸਰੀਰ ਦੇ ਵਿੱਚ ਕੰਨਾਂ ਦੇ ਦੁਆਰਾ ਭੈੜੇ ਗੀਤ, ਭੈੜੇ ਗਾਣੇ, ਭੈੜੇ ਬੋਲੀਆਂ, ਭੈੜੇ ਟੱਪੇ ਸੁਣਦੇ ਹਾਂ, ਸਾਡੇ ਮਨ ਦੇ ਉੱਤੇ ਉਹ ਸੰਗੀਤ ਅਸਰ ਕਰਦਾ ਹੈ। ਸੰਗੀਤ ਅਸਰ ਇਸ ਤਰ੍ਹਾਂ ਕਰਦਾ ਹੈ, ਹੁਣ ਜਿਵੇਂ ਪਹਿਲਾਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਤੇ ਜੇ ਕੋਈ ਕਵੇ ਕਿ ਮੈਂ ਵੀ ਕੀਰਤਨ ਦਾ ਲਾਹਾ ਲੈਣਾ ਹੈ, ਫਿਰ ਤਾਂ ਗੁਰਬਾਣੀ ਸੁਣਨੀ ਪਵੇਗੀ। ਸੰਗੀਤ ਦੀ ਧੁਨੀ ਉੱਠਦੀ ਹੈ, ਮਨ ਨੂੰ ਮਸਤ ਕਰਦੀ ਹੈ, ਮਨ ਨੂੰ ਸਹਾਰਾ ਦਿੰਦੀ ਹੈ। ਤੇ ਜੇ ਗੁਰਮੁਖੋ ਕਿਤੇ ਕੋਈ ਕਵੇ ਵੀ ਸ਼ਾਇਦ ਵਾਜੇ ਦੇ ਵਿੱਚ ਹੀ ਕਲਾ ਹੈ, ਕੱਲੀ ਵਾਜੇ ਦੇ ਵਿੱਚ ਕਲਾ ਨਹੀਂ ਹੈ। ਜੇ ਕੋਈ ਕਵੇ ਵੀ ਵਾਜੇ ਦੇ ਦੁਆਰਾ ਸੰਗੀਤ ਦੇ ਵਿੱਚ ਸ਼ਾਇਦ ਕੋਈ ਆਕਰਸ਼ਣਤਾ ਹੈ, ਖਿੱਚ ਹੈ, ਨਹੀਂ, ਸੰਗੀਤ ਪਹਿਲਾਂ ਵੀ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਆਉਣ ਤੋਂ, ਪਰ ਉਹ ਸੰਗੀਤ ਦੇ ਵਿੱਚ ਭੈੜੇ ਟੱਪੇ ਗਾਏ ਜਾਂਦੇ ਸਨ, ਭੈੜੀਆਂ ਬੋਲੀਆਂ ਗਾਈਆਂ ਜਾਂਦੀਆਂ ਸਨ। ਇਸੇ ਵਾਸਤੇ ਕਈ ਕੌਮਾਂ ਨੇ ਇਹ ਸੰਗੀਤ ਨੂੰ ਬੈਨ ਕਰ ਦਿੱਤਾ। ਮੁਸਲਮਾਨਾਂ ਦੇ ਵਿੱਚ ਤੁਸੀਂ ਸੰਗੀਤ ਨਹੀਂ ਵਜਾ ਸਕਦੇ, ਨਹੀਂ ਸੁਣ ਸਕਦੇ, ਪਰ ਇਹ ਸੰਗੀਤ ਨੂੰ ਸਫਲ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ। ਤੇ ਜੇ ਕੋਈ ਆਖੇ ਵੀ ਵਾਜੇ ਦੇ ਵਿੱਚ ਕਲਾ ਹੈ,
ਵਾਜਾ ਗੁਰਮੁਖੋ ਤੋੜ ਕੇ ਜੇ ਕੋਈ ਲੱਭਣਾ ਚਾਹਵੇ ਵੀ ਇਹਦੇ ਵਿੱਚ ਕੀ ਕਲਾ ਹੈ, ਉਹਦੇ ਵਿੱਚ ਤਾਂ ਬਸ 7 ਸੁਰਾਂ ਹੀ ਹੈ ਜਿਹੜੀਆਂ ਵੱਜਦੀਆਂ ਹੈ। ਪਰ ਜਿਨ੍ਹਾਂ ਨੇ ਉਸ ਵਾਜੇ ਦੇ ਉੱਤੇ ਮਿਹਨਤ ਕੀਤੀ, ਜਿਨ੍ਹਾਂ ਨੇ ਉਹਦੇ ਵਿੱਚ ਸ਼ਬਦ ਪਾ ਕੇ ਗਾਇਆ, ਜਿਨ੍ਹਾਂ ਨੇ ਪਰਮੇਸ਼ਰ ਦੀ ਇਬਾਦਤ ਕੀਤੀ, ਉਹਨਾਂ ਨੂੰ ਪਰਮੇਸ਼ਰ ਦੇ ਦੇਸ਼ ਵੀ ਛੱਡ ਕੇ ਆਈਆਂ ਇਹ ਸੁਰਾਂ, ਇਹ ਸੰਗੀਤ। ਸਾਡੀ ਬਦਕਿਸਮਤੀ ਹੈ, ਅਸੀਂ ਵਾਜੇ ਨੂੰ ਭੰਨ ਕੇ ਤੋੜ ਕੇ ਵੇਖਣਾ ਚਾਹੁੰਦੇ ਹਾਂ ਵੀ ਇਹਦੇ ਵਿੱਚ ਸ਼ਾਇਦ ਸੰਗੀਤ ਦਾ ਕੋਈ ਰੂਪ ਹੋਏਗਾ, ਕੋਈ ਇਹਦਾ ਆਕਾਰ ਹੋਵੇਗਾ। ਨਹੀਂ ਗੁਰਮੁਖੋ, ਇਹਨੂੰ ਭੰਨ ਕੇ ਵੇਖਣ ਵਿੱਚ ਨਹੀਂ, ਇਹਦੇ ਵਿੱਚ ਸ਼ਬਦ ਪਾ ਕੇ, ਇਹਦੇ ਵਿੱਚੋਂ ਉੱਠੀ ਹੋਈ ਧੁਨ ਵਿੱਚ ਪਰਮੇਸ਼ਰ ਦਾ ਨਾਮ ਸਿਮਰ ਕੇ ਜਿਸ ਦਿਨ ਅਸੀਂ ਦਰਸ਼ਨ ਕਰਾਂਗੇ, ਉਸ ਦਿਨ ਆਕਾਰ ਦਾ ਨਹੀਂ, ਆ ਦੁਨੀਆ ਦੇ ਆਕਾਰ ਦਾ ਨਹੀਂ, ਦੁਨੀਆ ਦੇ ਸੁੱਖਾਂ ਦਾ ਨਹੀਂ, ਨਿਰੰਕਾਰ ਦਾ ਸਾਨੂੰ ਅਨੁਭਵ ਹੋਵੇਗਾ। ਮਹਾਂਪੁਰਸ਼ਾਂ ਨੇ ਉਹ ਅਨੁਭਵ ਕੀਤਾ। ਮਹਾਂਪੁਰਸ਼ਾਂ ਨੇ ਜਿੱਥੇ ਆਪ ਜੁੜੇ ਸਨ, ਇੰਨੀ ਭਗਤੀ, ਇੰਨੀ ਸ਼ਕਤੀ ਆਪਣੇ ਅੰਦਰ ਪ੍ਰਦਾਨ ਕੀਤੀ ਕਿ ਦੁਨੀਆ ਦੇ ਵੱਲ ਜੋ ਸ਼ਬਦ ਸਿੱਟਦੇ ਸਨ, ਉਹ ਦੁਨੀਆ ਦੇ ਹਿਰਦੇ ਉਹਨਾਂ ਸ਼ਬਦਾਂ ਨੂੰ ਕਬੂਲ ਕਰਦੇ ਸਨ। ਆਪ ਜੀ ਨੇ ਆਪਣੇ ਜੀਵਨ ਦੇ ਵਿੱਚ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪੁੱਤਰ ਬਣਾਇਆ। ਅੱਜ ਵੀ ਲੋੜ ਹੈ, ਭਾਵੇਂ ਅਸੀਂ ਪੰਜਾਬ ਦੀ ਧਰਤੀ 'ਤੇ ਹੈ, ਭਾਵੇਂ ਅਸੀਂ ਵਿਦੇਸ਼ਾਂ ਵਿੱਚ ਹੈ, ਜੇ ਅੱਜ ਵੀ ਅਸੀਂ ਸੁਤੰਤਰ ਰਹਿਣਾ ਹੈ, ਅੱਜ ਵੀ ਅਸੀਂ ਸਫਲ ਹੋਣਾ ਹੈ, ਸਾਨੂੰ ਵੀ ਕੋਈ ਜਾਣ ਤੋਂ ਬਾਅਦ ਯਾਦ ਕਰੇ ਤਾਂ ਲੋੜ ਹੈ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਆਵਾਜ਼ ਲਾਉਂਦੇ ਐ, ਪੀਵਾਹੋ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਕੱਲੇ ਗੁਰੂ ਹੀ ਨਹੀਂ ਬਣੇ, ਆਮ ਕਰਕੇ ਦੁਨੀਆ ਦੇ ਜਿੰਨੇ ਵੀ ਪੀਰ ਪੈਗੰਬਰ ਔਲੀਏ ਅਵਤਾਰ ਹੈ, ਆਪਣੇ ਆਪ ਨੂੰ ਗੁਰੂ ਹੀ ਦੱਸਦੇ ਰਹੇ। ਇੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੈ, ਜਿਹੜੇ ਕਹਿੰਦੇ ਨਹੀਂ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਮੈਂ ਉਹਦਾ ਚੇਲਾ ਹਾਂ। ਮੇਰਾ ਉਹ ਸਾਹਿਬ ਹੈ ਜਿਹੜਾ ਪਰਮੇਸ਼ਰ ਦੀ ਰਹਿਤ ਬਹਿਤ ਵਿੱਚ ਕਾਇਮ ਰਹਿੰਦਾ ਹੈ। ਗੁਰਮੁਖੋ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਕੱਲਾ ਦਾਖਲੇ ਲੈਣ ਦੇ ਨਾਲ ਵੀ ਕੁਝ ਸਾਰਾ ਕੁਝ ਨਹੀਂ ਜੇ ਬਣਨਾ। ਜੇ ਅਸੀਂ ਕਹਿ ਦਈਏ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ, ਹੁਣ ਸਾਨੂੰ ਜਾਣ ਦੀ ਕੀ ਲੋੜ, ਉੱਥੇ ਜਾ ਕੇ ਕਲਾਸਾਂ ਲਾਉਣ ਦੀ ਕੀ ਲੋੜ, ਉੱਥੇ ਜਾ ਕੇ ਪੜ੍ਹਨ ਦੀ ਕੀ ਲੋੜ, ਇਹ ਵੀ ਇੱਕ ਸਾਡਾ ਭੁਲੇਖਾ ਹੋਵੇਗਾ। ਸਾਨੂੰ ਉੱਥੇ ਜਾਣਾ ਵੀ ਪਵੇਗਾ, ਕਲਾਸਾਂ ਵੀ ਅਟੈਂਡ ਕਰਨੀਆਂ ਪੈਣਗੀਆਂ, ਫਿਰ ਇੱਕ ਦਿਨ ਐਗਜ਼ਾਮ ਹੋਵੇਗਾ, ਉਹਦੇ ਵਿੱਚ ਅਸੀਂ ਸਫਲ ਹੋਵਾਂਗੇ। ਤੇ ਜੇ ਇਕੱਲਾ ਨਾਮ ਹੀ ਦਾਖਲ ਕਰਾ ਲਿਆ, ਐਗਜ਼ਾਮ ਨਾ ਦਿੱਤਾ, ਫਿਰ ਸਫਲ ਨਹੀਂ ਹੋ ਸਕਦੇ। ਗੁਰਮੁਖੋ, ਐਗਜ਼ਾਮ ਹੈ ਸਾਡਾ, ਅਸੀਂ ਜੀਵਨ ਵਿੱਚ ਕਿੰਨੇ ਕੁ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ। ਸਾਨੂੰ ਜ਼ਬਾਨ ਦੇ ਰਸਤਾ ਨਹੀਂ ਚੰਬੜੇ ਹੋਏ ਕਿ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜੋ ਰਹਿਤ ਬਹਿਤ ਦਿੱਤੀ ਹੈ, ਉਹਦੇ ਵਿੱਚ ਅਸੀਂ ਪਰਪੱਕ ਹਾਂ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਹੈ, ਅਜੁੱਧ ਧਰਬੇ ਉੱਤਮ ਗੁਣੀਐ, ਜੋ ਹਮਰੇ ਦਰਸ਼ਨ ਕਉ ਆਵਹੁ, ਬਣ ਸੁਚੇਤ ਤਨ ਸ਼ਾਸਤਰ ਸਜਾਵਹੁ। ਸਰੀਰ ਦੇ ਉੱਤੇ ਸ਼ਾਸਤਰ ਸਜਾ ਕੇ ਰੱਖਣੇ ਹੈ, ਤੇ ਸ਼ਾਸਤਰਾਂ ਦੇ ਨਾਲ ਕਿਸੇ ਮਜਲੂਮ ਨੂੰ ਨਹੀਂ ਮਾਰਨਾ, ਕਿਸੇ ਦਾ ਝੜਕਾ ਨਹੀਂ ਕਰ ਦੇਣਾ, ਕਿਸੇ ਦੇ ਨਾਲ ਧੱਕਾ ਨਹੀਂ ਕਰਨਾ, ਕਿਸੇ ਦੇ ਨਾਲ ਅਨਿਆਂ ਨਹੀਂ ਕਰਨਾ। ਇਹ ਸ਼ਾਸਤਰ ਕਿਰਪਾ ਦੀ ਆਨ ਹਨ, ਕਿਰਪਾ ਦੀ ਆਨ। ਮਹਾਂਪੁਰਸ਼ ਸਾਨੂੰ ਜਿਹੜੇ ਸ੍ਰੇਸ਼ਟ ਵਿਚਾਰ ਦਿੰਦੇ ਹੈ, ਉਹਨਾਂ ਦੇ ਉੱਤੇ ਚੱਲਣ ਤੇ ਜੀਵਨ ਵਿੱਚ ਕਮਾਉਣ ਦੀ ਭਾਈ ਲੋੜ ਹੈ। ਵੱਧ ਤੋਂ ਵੱਧ ਮਹਾਂਪੁਰਸ਼ਾਂ ਦੇ ਗੁਣ ਹਿਰਦੇ ਵਿੱਚ ਧਾਰਨ ਕਰੀਏ। ਮੈਂ ਸ੍ਰੀਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਕੋਲੇ ਰਹਿ ਕੇ ਅਨੇਕਾਂ ਬੱਚੇ ਵਿਦਿਆ ਪੜ੍ਹਦੇ ਹਨ, ਉਹ ਇੱਥੇ ਸਿੰਘ ਇੱਥੋਂ ਵੀ ਪੜ੍ਹ ਕੇ ਆਏ ਆ। ਉਹਨਾਂ ਨੇ ਬੇਨਤੀ ਕੀਤੀ ਸੀ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰਨ। ਉਹ ਅੱਜ ਦੂਜੇ ਦਿਨ ਦੇ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਆਏ ਹੈ। ਅੱਜ ਤੋਂ ਬਾਅਦ ਸ਼ਾਇਦ ਜਿਹੜੇ 2 ਦੀਵਾਨ ਹੋਣੇ ਆ, ਉਹਨਾਂ ਵਿੱਚ ਵੀ ਹਾਜ਼ਰੀ ਮਹਾਂਪੁਰਸ਼ ਭਰਨਗੇ। ਸਾਰਿਆਂ ਮਹਾਂਪੁਰਸ਼ਾਂ ਦਾ ਇੱਕੋ ਇੱਕ ਜਿਹੜਾ ਉਹ ਮਨ ਦਾ ਫੁਰਨਾ ਹੁੰਦਾ ਹੈ ਕਿ ਵੱਧ ਤੋਂ ਵੱਧ ਸਿੱਖ ਸੰਗਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ
ਪਾਵਨ ਪਵਿੱਤਰ ਨਾਨਕ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ ਦੇ ਅਨਸਾਰ। ਉਸ ਜਹਾਜ਼ ਵਿੱਚ ਅਸਵਾਰ ਹੋ ਕੇ ਇਸ ਭਵ ਸਾਗਰ ਸੰਸਾਰ ਦੇ ਵਿੱਚੋਂ ਪਾਰ ਹੋ ਸਕਣ। ਬਹੁਤ ਬਹੁਤ ਧੰਨਵਾਦ ਇੱਥੋਂ ਦੇ ਪ੍ਰਬੰਧਕਾਂ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਗੁਰੂ ਰੂਪ ਖਾਲਸਾ ਸਾਧ ਸੰਗਤ ਦਾ ਧੰਨਵਾਦ। ਹੋਈਆਂ ਗਲਤੀਆਂ ਦੀ ਮੁਆਫੀ ਜੀ। ਇੰਨੇ ਕੁ ਸ਼ਬਦਾਂ ਨੂੰ ਮੈਂ ਇੱਥੇ ਸੰਕੋਚਦਾ ਹੋਇਆ ਦੇਹੋ ਸੱਜਣ ਆਸੀਸੜੀਆ, ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।